गुरु साहिब जी। आसा घर सतवां महला पंजवा। हर का नाम हृदय नित ध्याई। संगी साथी सगल तराय। गुर मेरे संग सदा है नाले। सिमर सिमर तिस सदा समाले। राम तेरा किया मीठा लगे। हर नाम पदार्थ नानक मंगै। गुरपुरा जिन सिमरिया सेई पे निहाल। नानक नाम आराधना कारज आवे रास। गुर मेरे संग सदा है नाले। ज़ाहरा ज़हूर हाजरा हजूर सर्व कला भरपूर समरथ गुरु। लोक परलोक दे रखियक भगत वशल ज्ञान दे सागर गुरुआं दे गुरु। गुरुआं भगतां भट्टां सिखां दी इलाही बाणी बाणी जोत रूप दे विच शब्द रूप दे विच श्री गुरु ग्रंथ साहब महाराज जी दे रूप दे विच गुरु महाराज जी दे दर्शन कर रहे हैं। सत्संग जी धनता दे योग सारे ही वडभागे हाँ। धनता दे योग हम धन शब्द बड़ा ही प्यारा। धन शब्द बड़ा ही प्यारा। एक धन का मतलब होंदा है पैसा। एक धन शब्द वरतिया जांदा है वडियाई लई। धन धन माता धन धन पिता धन धन कुल धन धन सो जननी जिन गुरु जनिया माए। धन सेवक धन धन जन आया। धन सो वेला जित दर्शन करना। मतलब धन रोज़ असी कहते हैं भी असी धनता दे योग सारे ही वडभागे हाँ। सो आओ जे गुरु साहब ने शब्द धनता दा या धन दा लै आंदा पहला यदि विचार करके फिर अगे तुरदे हैं। धन धन मतलब बहुत प्रभावशाली बहुत कीमती बहुत खास बहुत महान बहुत चंगा बड़ा ही खरा। धन वैसे आम शब्द गुरु वास्ते वरत्या जाता है। धन जदों किसी आम इंसान दे अंदर सबर संतोख सिदक भरोसा जरन दी भावना इन्नी वध जाए तो कदी कदी असी भी कह लैने भी वह बंदा धन है। धन दा वो बंदा कह देंगे है ना। की चीज़ देख के ओदी खूबी देख के ओदी खूबी देख के ओदा बर्दाश्त करना ओदा जरना ओदा सिदक ओदा भरोसा ये सारी चीज़ देख के असी कहने भी धन। हाँ असी गुरु रामदास महाराज जी नूं कहने धन। इन्नी गरीबी दे विचों निकल के
ਜਿਹੜੇ ਘੁੰਗਣੀਆਂ ਵੇਚ ਕੇ ਹੀ ਗੁਜ਼ਾਰਾ ਕਰਦੇ ਸਨ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਵਾਸਤੇ ਆਟਾ ਵੀ ਨਹੀਂ ਪੂਰਾ ਮਿਲਦਾ ਸੀ, ਜਿਨ੍ਹਾਂ ਨੂੰ ਰਹਿਣ ਦੇ ਲਈ ਛੱਤ ਵੀ ਨਹੀਂ ਸੀ ਮਿਲਦੀ। ਤੇ ਅੱਜ ਅਸੀਂ ਕੀ ਪੜ੍ਹਦੇ ਹਾਂ? ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਜਿਨ੍ਹਾਂ ਦਾ ਗੁਰੂ ਧੰਨ ਹੁੰਦਾ ਨਾ, ਉਹਨਾਂ ਦੇ ਸਿੱਖ ਵੀ ਧੰਨ ਹੁੰਦੇ ਨੇ। ਧਿਆਨ ਦੇਣਾ, ਜਿਸ ਦਾ ਗੁਰੂ ਧੰਨ ਹੈ ਨਾ, ਉਹਦਾ ਭਾਈ ਲਹਿਣਾ ਵੀ ਧੰਨ ਹੈ। ਉਹਦਾ ਬਾਬਾ ਅਮਰਦਾਸ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਧੰਨ ਹੈ। ਗੁਰੂ ਅਮਰਦਾਸ ਦਾ ਭਾਈ ਜੇਠਾ ਵੀ ਧੰਨ ਹੈ। ਠੀਕ ਹੈ ਜੀ। ਜਿੰਨੇ ਮਹਾਂਪੁਰਖਾਂ ਦੀ ਬਾਣੀ ਜਾਂ ਭਗਤਾਂ ਦੀ ਬਾਣੀ, ਭੱਟਾਂ ਸਿੱਖਾਂ ਦੀ ਬਾਣੀ, ਉਹ ਸਾਰੇ ਹੀ ਧੰਨ ਹੈ। ਜਿਨ੍ਹਾਂ ਨੇ ਗੁਰਬਾਣੀ ਨੂੰ ਕਮਾਇਆ, ਉਹ ਵੀ ਸਾਰੇ ਹੀ ਧੰਨ ਹਨ। ਜਿਨ੍ਹਾਂ ਨੇ ਸੱਚ 'ਤੇ ਪਹਿਰਾ ਦਿੱਤਾ, ਉਹ ਵੀ ਧੰਨ ਹਨ। ਪਰ ਧੰਨ ਕਹਿਣ ਦੇ ਲਈ ਧਨਤਾ ਦੇ ਯੋਗ ਖੁਦ ਨੂੰ ਬਣਨਾ ਪੈਂਦਾ। ਧਿਆਨ ਦੇਣਾ, ਕੋਈ ਧੰਨ ਲੱਗੇ, ਕੋਈ ਧਨਤਾ ਦੇ ਯੋਗ ਲੱਗੇ ਵੀ ਉਹ ਧੰਨ ਹੈ, ਉਹਦੇ ਲਈ ਖੁਦ ਵੀ ਧਨਤਾ ਦੇ ਯੋਗ ਬਣਨਾ ਪੈਂਦਾ। ਧਿਆਨ ਦੇਣਾ, ਕਿਸੇ ਨੂੰ ਵਡਿਆਈ ਉਹ ਦੇ ਸਕਦਾ ਜਿਸ ਦੇ ਅੰਦਰ ਪਹਿਲਾਂ ਵਡਿਆਈ ਅੰਦਰ ਹੋਵੇ। ਧਿਆਨ ਦੇਣਾ, ਕਿਸੇ ਨੇ ਕਿਸੇ ਨੂੰ ਵਡਿਆਈ ਦੇਣੀ ਹੈ, ਪਹਿਲਾਂ ਆਪਣੇ ਅੰਦਰ ਵਡਿਆਈ ਲਿਆਉਣੀ ਪਏਗੀ, ਤਾਂ ਹੀ ਵਡਿਆਈ ਦੇਗਾ। ਜੇ ਕਿਸੇ ਨੇ ਕਿਸੇ ਨੂੰ ਨਫ਼ਰਤ ਦੇਣੀ ਹੈ, ਉਸ ਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਨਫ਼ਰਤ ਲਿਆਉਣੀ ਪਏਗੀ। ਧਿਆਨ ਦੇਣਾ, ਮਾੜੀ ਚੀਜ਼ ਵਰਤਾਉਣ ਦੇ ਲਈ ਵੀ ਮਾੜੀ ਚੀਜ਼ ਅੰਦਰ ਪੈਦਾ ਕਰਨੀ ਪਏਗੀ, ਮਾੜੀ ਸੋਚ ਪੈਦਾ ਕਰਨੀ ਪਏਗੀ। ਜਾਂ ਮੈਂ ਉਦਾਹਰਨ ਦੇਣਾ ਹੁੰਦਾ, ਕਿਸੇ ਦੀ ਨਿੰਦਿਆ ਕਰਨੀ ਹੈ ਤੇ ਆਪਣੇ ਵਿਚਾਰਾਂ ਨੂੰ ਗੰਦਲਾ ਕਰਨਾ ਪਏਗਾ। ਧਿਆਨ ਦੇਣਾ, ਕਿਸੇ ਦੀ ਵਡਿਆਈ ਕਰਨੀ ਹੈ ਤੇ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨਾ ਪਏਗਾ। ਕਿਸੇ ਦੀ ਵਡਿਆਈ ਕਰਨੀ ਹੈ, ਕਿਸੇ ਨੂੰ ਧੰਨ ਕਹਿਣਾ ਤੇ ਆਪ ਨੂੰ ਧੰਨ ਬਣਨਾ ਪਏਗਾ। ਕਿਸੇ ਨੂੰ ਬੁਰਾ ਆਖਣਾ ਤੇ ਆਪਣੇ ਵਿਚਾਰਾਂ ਨੂੰ ਪਹਿਲਾਂ ਬੁਰਾ ਬਣਾਉਣਾ ਪਏਗਾ। ਕਦੇ ਵੀ ਚੰਗੇ ਵਿਚਾਰਾਂ ਵਾਲਾ ਇਨਸਾਨ ਦੂਜੇ ਨੂੰ ਬੁਰਾ ਨਹੀਂ ਕਹਿੰਦਾ, ਕਹਿ ਸਕਦਾ? ਕਦੇ ਵੀ ਨਹੀਂ। ਜੇ ਕੋਈ ਵੀ ਕਿਸੇ ਨੂੰ ਬੁਰਾ ਕਹਿ ਰਿਹਾ ਹੈ, ਇਹਦਾ ਮਤਲਬ ਉਹਦੇ ਵਿਚਾਰ ਸਹੀ ਨਹੀਂ। ਜਿਹਦੇ ਵਿਚਾਰ ਸਹੀ ਨਹੀਂ, ਇਹਦਾ ਮਤਲਬ ਉਹਦੇ ਕੋਲ ਗੁਰੂ ਦੀ ਮੱਤ ਨਹੀਂ। ਜਿਵੇਂ ਸੌਖੀ ਉਦਾਹਰਨ, ਕੋਈ ਨਿਆਣਾ ਵਿਗੜਿਆ ਹੋਵੇ, ਅਸੀਂ ਕਹਿ ਦਿੰਦੇ ਹਾਂ ਵੀ ਇਹਦੇ ਮਾਪਿਆਂ ਨੇ ਇਹਨੂੰ ਅਕਲ ਨਹੀਂ ਸਿਖਾਈ, ਕਹਿ ਦਿੰਦੇ ਹਾਂ। ਇਹ ਨੌਜਵਾਨ ਵਿਗੜ ਗਿਆ ਤੇ ਅਵਾਰਾ ਘੁੰਮਦਾ, ਕਹਿ ਦਿੰਦੇ ਹਾਂ ਨਾ ਵੀ ਫਲਾਨੇ ਦੀ ਔਲਾਦ ਵਿਗੜੀ ਹੋਈ ਹੈ। ਉਹਦੇ ਵਿਗੜਨ ਦੇ ਵਿੱਚ ਹੱਥ ਕਿਹਦਾ ਹੁੰਦਾ? ਬਾਣੀ ਦੀ ਪੰਕਤੀ ਪੜ੍ਹੀ ਹੈ ਬਾਬੇ ਕਬੀਰ ਜੀ ਦੀ। ਕਬੀਰ ਜੀ ਪਤਾ ਕੀ ਕਹਿੰਦੇ ਨੇ? ਮਾਏ ਮੁੰਡੋ ਤੈ ਗੁਰੂ ਕੀ, ਜਾਤੇ ਭਰਮ ਨਾ ਜਾਏ। ਮਾਂ ਨੂੰ ਗੁਰੂ ਕਿਹਾ ਬੱਚੇ ਦਾ। ਜੇ ਬੱਚਾ ਗਲਤ ਆਦਤ ਸਿੱਖ ਰਿਹਾ ਹੈ, ਜੇ ਬੱਚਾ ਗਲਤ ਆਦਤ ਸਿੱਖ ਰਿਹਾ ਹੈ ਤੇ ਉਸ ਦੀ ਮਾਂ ਨੇ ਉਸ ਨੂੰ ਵਰਜਿਆ ਨਹੀਂ ਹੋਏਗਾ। ਵਿਦਵਾਨ ਇੱਕ ਉਦਾਹਰਨ ਦਿੰਦੇ ਹੁੰਦੇ ਨੇ, ਕਹਿੰਦੇ ਉਹ ਬੱਚਾ ਛੋਟਾ ਹੁੰਦਾ ਵਿਗੜਦਾ ਗਿਆ, ਥੋੜ੍ਹਾ ਜਵਾਨ ਹੋ ਗਿਆ, ਉਹਨੇ ਐਸੀ ਗਲਤੀ ਕਰ ਦਿੱਤੀ ਤੇ ਉਸ ਨੂੰ ਅਰੈਸਟ ਕਰਕੇ ਲੈ ਕੇ ਜਾਣ ਲੱਗੇ। ਜਦੋਂ ਅਰੈਸਟ ਕਰਕੇ ਜਾਣ ਲੱਗੇ, ਉਹ ਕਹਿੰਦਾ ਮੈਨੂੰ 1 ਮਿੰਟ ਦੇ ਦਿਓ, ਆਪਣੀ ਮਾਂ ਨਾਲ ਗੱਲ ਕਰਨੀ ਹੈ। ਕਹਿੰਦੇ ਕਰ ਲੈ।
ਮਾਂ ਦੇ ਕੋਲ ਕੰਨ ਦੇ ਕੋਲ ਆਪਣਾ ਮੂੰਹ ਕਰਕੇ ਉਹਦੇ ਦੰਦੀ ਵੜ ਦਿੱਤੀ। ਇਹ ਵਿਦਵਾਨ ਇੱਕ ਲੌਜਿਕ ਦਿੰਦੇ ਨੇ, ਦਲੀਲ। ਉਹਦੇ ਕੰਨ 'ਤੇ ਦੰਦੀ ਮਾਂ ਦੇ ਵੜ ਦਿੱਤੀ ਵੀ ਮੇਰੀਏ ਮਾਂ, ਤੂੰ ਮੈਨੂੰ ਮਾੜਾ ਕਰਮ ਕਰਨ ਤੋਂ ਕਿਉਂ ਨਹੀਂ ਵਰਜਿਆ? ਮੈਂ ਝੂਠ ਬੋਲਦਾ ਸੀ, ਮੈਂ ਬਹਾਨੇ ਲੱਗ ਕੇ ਜਾਂਦਾ ਸੀ, ਮੈਂ ਚੋਰੀ ਕਰਦਾ ਸੀ, ਠੱਗੀ ਕਰਦਾ ਸੀ, ਮਾੜੀ ਸੰਗਤ ਕਰਦਾ ਸੀ, ਤੂੰ ਮੈਨੂੰ ਉਦੋਂ ਕਿਉਂ ਨਹੀਂ ਲਫੇੜੇ ਮਾਰੇ, ਥੱਪੜ ਮਾਰੇ? ਤੂੰ ਮੈਨੂੰ ਕਿਉਂ ਨਹੀਂ ਉਦੋਂ ਝਿੜਕਿਆ? ਤੇ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਹੈ? ਤੇਰਾ ਕਸੂਰ ਹੈ। ਕਬੀਰ ਮਾਏ ਮੁੰਡੋ ਤਹਿ ਗੁਰੂ ਕੀ, ਜਾਤੇ ਭਰਮ न जाए, आप डुबे चौबेद में चीले दिए वहाए। इस करके गुरु साहब बहुत सोहनी देखो शब्द आया, धनता दे योग किया सी भी धन कौन है? सामने वाला धन तां है जे इंसान खुद धन है। ਵੱਡਾ ਇਨਸਾਨ ਦੇ ਲਈ ਦੂਜਾ ਇਨਸਾਨ ਤਾਂ ਹੀ ਹੈ ਜਿਹਦਾ ਖੁਦ ਮਨ ਜਾਂ ਜਿਗਰਾ ਜਾਂ ਸੋਚ ਵੱਡੀ ਹੈ। ਦੇਖੋ ਬਜ਼ੁਰਗ ਸਾਡੇ ਵੱਡੇ ਆ ਨਾ, ਬਜ਼ੁਰਗ ਕੌਣ ਨੇ? ਸਾਡੇ ਵੱਡੇ ਨੇ। ਤੇ ਜੇ ਸਾਡੇ ਵਿਚਾਰ ਵੱਡੇ ਨਹੀਂ ਤੇ ਸਾਡੇ ਲਈ ਨਾ ਕੋਈ ਬਜ਼ੁਰਗ ਵੱਡਾ ਹੋਊਗਾ, ਨਾ ਕੋਈ ਸਾਡਾ ਭੈਣ ਭਾਈ ਵੱਡਾ ਹੋਏਗਾ, ਨਾ ਸਾਡਾ ਕੋਈ ਰਿਸ਼ਤੇਦਾਰ ਵੱਡਾ ਹੋਏਗਾ। ਵਡਿਆਈ ਹਮੇਸ਼ਾ ਵੱਡੇ ਨੂੰ ਦਿੱਤੀ ਜਾਂਦੀ ਹੈ। ਜੇ ਕਿਸੇ ਦੀ ਸੋਚ ਵਿੱਚ ਵਡਿਆਈ ਨਹੀਂ, ਜੇ ਕਿਸੇ ਦੀ ਸੋਚ ਪਾਕ ਪਵਿੱਤਰ ਨਹੀਂ, ਉਹਨੇ ਵਡਿਆਈ ਨਹੀਂ ਦੇਣੀ, ਸਾਹਮਣੇ ਵਾਲੇ ਨੂੰ ਵੱਡਾ ਨਹੀਂ ਆਖਣਾ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਧਨ ਉਹ ਹੈ ਜਿਹੜਾ ਖੁਦ ਨੂੰ ਧਨ ਬਣਾ ਲੈਂਦਾ ਹੈ। ਮੁਕਤ ਉਹ ਹੈ, ਦੂਜੇ ਨੂੰ ਮੁਕਤੀ ਉਹ ਦੇ ਦਿੰਦਾ ਜਿਹੜਾ ਖੁਦ ਮੁਕਤ ਹੈ। ਦੂਸਰੇ ਨੂੰ ਚੰਗਾ ਉਹ ਬਣਾ ਦਿੰਦਾ ਜਿਹੜਾ ਖੁਦ ਚੰਗਾ ਹੈ। ਦੂਜੇ ਨੂੰ ਸਿੱਧੇ ਰਾਹ ਉਹ ਪਾ ਦਿੰਦਾ ਜਿਹੜਾ ਖੁਦ ਚੰਗਾ ਜਾਂ ਸਿੱਧੇ ਰਾਹੇ ਪਿਆ ਹੋਇਆ। ਜੇ ਕੋਈ ਖੁਦ ਸਿੱਧੇ ਰਾਹ ਪਿਆ ਹੀ ਨਹੀਂ ਹੈ ਤੇ ਬਾਕੀ ਨੂੰ ਕਹੇ ਵੀ ਸਿੱਧੇ ਰਾਹ ਪਾਓ, ਤੇ ਫਿਰ ਇਹ ਗੱਲ ਨਹੀਂ ਬਣਨੀ। ਇੱਕ ਹੋਰ ਵਿਦਵਾਨ ਬਹੁਤ ਸੋਹਣਾ ਵਿਚਾਰ ਦਿੰਦੇ ਨੇ। ਕੋਈ ਬਾਪ ਆਪਣੇ ਪੁੱਤਰ ਨੂੰ ਕਹਿੰਦਾ ਉੱਥੇ ਮਾੜੀ ਸੰਗਤ ਚੱਲਦੀ ਹੈ, ਉੱਥੇ ਨਹੀਂ ਜਾਣਾ। ਕਹਿੰਦਾ ਪਾਪਾ ਠੀਕ ਹੈ, ਪਿਤਾ ਜੀ ਠੀਕ ਹੈ, ਉੱਥੇ ਨਹੀਂ ਜਾਈਦਾ ਪੁੱਤਰ, ਉੱਥੇ ਮਾੜੀ ਸੰਗਤ ਹੈ। ਠੀਕ ਹੈ ਪਿਤਾ ਜੀ। ਤੇ ਕੁਝ ਸਮੇਂ ਬਾਅਦ ਜਿੱਥੇ ਪਿਤਾ ਕਹਿ ਰਿਹਾ ਸੀ ਮਾੜੀ ਸੰਗਤ ਹੈ, ਪਿਤਾ ਵੀ ਉੱਥੇ ਹੀ ਤੇ ਪੁੱਤਰ ਵੀ ਉੱਥੇ ਹੀ। ਧਿਆਨ ਦੇਣਾ, ਪਿਤਾ ਵੀ ਉੱਥੇ ਹੀ, ਪੁੱਤਰ ਵੀ ਉੱਥੇ ਹੀ। ਉਹ ਪਿਤਾ ਪੁੱਛਦਾ ਪੁੱਤਰ ਤੂੰ ਇੱਥੇ ਕਿਵੇਂ? ਉਹ ਆਪਣੇ ਪਿਓ ਨੂੰ ਪੁੱਛਦਾ ਤੂੰ ਇੱਥੇ ਕਿਵੇਂ? ਇਹ ਤੇ ਮਾੜੀ ਸੰਗਤ ਹੈ। ਉਹ ਪਿਓ ਨੂੰ ਕਹੀ ਜਾਂਦਾ ਹੈ, ਕਹਿੰਦਾ ਤੂੰ ਕਿਉਂ ਇੱਥੇ ਆਇਆ? ਉਹ ਕਹਿੰਦਾ ਤੂੰ ਕਿਉਂ ਇੱਥੇ ਆਇਆ? ਹੁਣ ਦੋਨੇ ਹੀ ਗਲਤ ਨੇ, ਦੋਵੇਂ ਹੀ ਗਲਤ ਨੇ। ਉਹ ਕਹਿੰਦਾ ਮੈਂ ਤੈਨੂੰ ਦੇਖਣ ਆਇਆ, ਉਹ ਕਹਿੰਦਾ ਮੈਂ ਵੀ ਤੈਨੂੰ ਦੇਖਣ ਆਇਆ। ਬਸ ਮਹਾਰਾਜ ਜੀ ਕਹਿੰਦੇ ਨੇ ਕਥਨੀ ਦੇ ਨਾਲ ਗੱਲ ਨਹੀਂ ਬਣਨੀ। ਅਸੀਂ ਕਹਿੰਦੇ ਹਾਂ ਬੁਰਾ ਨਾ ਕਰੋ, ਪਹਿਲਾਂ ਆਪ ਨੂੰ ਬੁਰਾ ਛੱਡਣਾ ਪਏਗਾ। ਅਸੀਂ ਕਹਿੰਦੇ ਹਾਂ ਲੜਾਈ ਨਾ ਕਰੋ, ਝਗੜਾ ਨਾ ਕਰੋ, ਪਹਿਲਾਂ ਆਪ ਝਗੜੇ ਦੀ ਬਿਰਤੀ ਛੱਡਣੀ ਪੈਣੀ। ਅਸੀਂ ਦੁਨੀਆ ਨੂੰ ਕਹਿੰਦੇ ਹਾਂ ਚੰਗੇ ਬਣੋ, ਪਰ ਆਪ ਚੰਗੇ ਪਹਿਲਾਂ ਬਣਨਾ ਪੈਣਾ। ਅਸੀਂ ਕਹਿੰਦੇ ਹਾਂ ਕਿਸੇ ਦਾ ਦਿਲ ਨਾ ਦਿਖਾਓ, ਪਹਿਲਾਂ ਆਪ ਕਿਸੇ ਦਾ ਦਿਲ ਦਿਖਾਉਣਾ ਬੰਦ ਕਰਨਾ ਪੈਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਰਨ ਦੇ ਨਾਲ ਹੀ ਬੰਦਾ ਧਨ ਬਣਦਾ ਹੈ। ਅੱਜ ਦਾ ਸ਼ਬਦ ਬਹੁਤ ਪਿਆਰਾ, ਔਰ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਬਹੁਤ ਸੋਹਣਾ ਪ੍ਰਮਾਣ ਦੇਣਗੇ। ਸੋ ਇਸ ਲਈ ਜੋ ਵਿਚਾਰ ਚੱਲ ਰਿਹਾ ਦੁਨੀਆ ਦੇ ਵਿੱਚ, ਉਹ ਲੋਕ ਧਨ ਨੇ ਜਿਨ੍ਹਾਂ ਦੀ ਆਤਮਾ ਬਹੁਤ ਮਹਾਨ ਹੈ, ਜਿਨ੍ਹਾਂ ਦੇ ਕੰਮ ਬਹੁਤ ਮਹਾਨ ਹਨ, ਜਿਨ੍ਹਾਂ ਦੀ ਸੋਚ ਬਹੁਤ ਮਹਾਨ ਹੈ। ਧਿਆਨ ਦੇਣਾ, ਜੇ ਅਸੀਂ ਕਹੀਏ ਵੀ ਅਸੀਂ ਇੱਕ ਮਹਾਨ ਇਨਸਾਨ ਲੱਭਣ ਜਾਣਾ,
महान इंसान कदे भी नहीं लभेगा। ध्यान देना। ਜਾਂ कोई कहे मैं किसी महापुरख नूं लभण जाना है, कदे भी कोई महापुरख नहीं लभेगा। कोई कहे मैं पूर्ण गुरसिख नूं लभण जाना है, कदे भी पूर्ण गुरसिख उदों तक नहीं मिलेगा जदों तक बंदा आप महापुरख वाली बिरती वाला ना होवे। जदों तक आप पूर्ण गुरसिख ना होवे उदों तक उन्होंने दूजा भी पूर्ण गुरसिख नहीं मिलना, नहीं लभना, नहीं लगना, क्योंकि ब्रह्म ज्ञानी की गत ब्रह्म ज्ञानी जाना। जी मैं पहला बेनती की थी, चंगा है सामने वाला ताई चंगा दिसेगा जे देखण वाला खुद चंगा होएगा। इस करके दुनिया दे विच महान, दुनिया दे विच चंगे, दुनिया दे विच पूजा जिन्हां दी कीती जांदी है, जिन्हां नूं मन्निया जांदा है, वो हैं। देखो गुरु नानक साहब जी तो चंगा होर कौन हो सकता है? गुरु नानक देव महाराज जी दे नालों अच्छा चंगा कौन हो सकता है? पर गुरु नानक साहब जी महाराज जिहड़े ने, दुनिया आखदी है की कहती है, कोई आखे भूतना को कहे बेताला, कोई आखे आदमी नानक विचारा। गुरु अंगद साहब जी दी जीवनी लै लईए, मांझू उन्होंने चंगा नहीं समझदा, उन्होंने ते तलवार चकदा, सारी दुनिया उन्होंने अच्छा कहती है। बाबा अमरदास महाराज जी ने वो तखत ते बैठे ने, सारी दुनिया उन्होंने चंगा कहती है, भाई दातू जी उन्होंने चंगा नहीं कहते। उन्होंने इहदा मतलब है समझण वाली बिरती, समझण वाले दी बिरती ते निर्भर जां डिपेंड करदा है भी कोई किहो जिहा। धन धन लफज चल रहा है, कोई धन किवें है, ये खुद धन होना पैंदा तां पता लगदा भी सामने वाला धन। जां एक होर पंक्ति पढ़ते हैं, सुखीए को पेखे सब सुखिया, रोगी के भाने सब रोगी। जिवें खुश बंदे नूं दुनिया लगदी है, खुश ही खुशी सारी दुनिया ही खुश है, रोगी नूं इस तरह लगदा भी सारा संसार ही रोगी है, दुखी नूं इस तरह लगदा भी सारा संसार ही दुखी है। ध्यान देना। ते चंगे इंसान नूं इंज लगदा है, उहदी निशानी यही है भी सारा संसार ही चंगा है। साडे गुरु साहिबान, साडे भगत, साडे शहीद, साडे सिख, उन्होंने सारे ही जगत नूं चंगा आखिया। जां होर साडियां जिहड़ियां सोसाइटियां चलियां, पिंगलवाड़ा, भाई कन्हैया रैड क्रॉस सोसाइटियां, जां होर भी संस्थावां बाबा अदीप सिंह दे नां ते, ये सारियां संस्थावां दे विच परोपकारी कारज कीते जांदे ने। वो क्यों? क्योंकि उन्हों की सोच जिहड़ी है पॉजिटिव है, वो सब दा ही सरबत दा भला जिहड़ी उन्हों दे पुरखा ने उन्होंने दसिया होया है, वो उस मिशन ते तुरे हुए ने। जदों कोई सरबत दे भले दे लई तुरदा है ना, धन शब्द आया, जदों कोई सरबत दे भले दे लई तुरदा है, उन्होंने सारे राह च महात्मा नहीं मिलने, उन्होंने सारे राह दे विच चंगे नहीं मिलने। गुरु नानक महाराज जी ने सानू मिशन दिता सी, नानक नाम चढ़दी कला तेरे भाने सरबत दा भला। ये गुरु नानक देव महाराज जी का मिशन है सिख दे लई। हुण गुरु नानक साहब दे इस मिशन दे विच नानक नाम चढ़दी कला तेरे भाने सरबत दा भला, इहदे विच ते ओह भी मिलने ने जिहड़े गुरु नानक महाराज जी नूं मारना चाहुंदे सी। कौडे राक्षस वर्गे जां सज्जन ठग वर्गे, ये तो वह भी मिलने ने। हुण गुरु नानक महाराज जी कह देंदे जां कह देन, मेरा मिशन केवल फकीरां संतां दे लई है, इन्हां ठग्गां दे लई, इन्हां मारन वालियां दे
क्रिमिनल बंदियां दे लई मेरा मिशन नहीं है। असल दे विच डॉक्टर हुंदा ही बीमार लोगों दे लई है। राइट, अक्सर डॉक्टर हुंदा ही रोगियां दे लई है। गुरु नानक दे मिशन दे विच बाणी है ते बाणी सानू सारियां नू सही करन दे लई ही है। इस करके दुनिया दे विच धन कौन बनदे ने? जो सोच करके विचारां करके अपने अंदरूनी अवस्था करके जिन्हां दे अंदर बहुत ज़्यादा प्रगति हुंदी है, बहुत ज़्यादा महानता हुंदी है, वो धन हो जाते ने ते धन बना देंदे ने। जिवें पंजवें पातशाह दी असीं पंक्ति रोज़ पढ़दे हाँ, धन 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 जन आया, जिस प्रसाद सब जगत तराया। जन आवन का यह सुआओ, जन कै संग चित आवे नाउ। आप मुक्त मुक्त करे संसार, नानक तिस जन को सदा नमस्कार। गुरु नानक दे बाप जी उन्होंने वेलड़ ते नकम्मा कहंदे ने। एक कहंदे ने गुरताल तारन हारिया, ध्यान देना, दृष्टि है, बिरती है। गुरु नानक महाराज जी नू राय बुलार जी ते कहंदे ने निरंकार है। पर खुद जिस दे घर जम्मिया होया पूत गुरु नानक बादशाह, उन्हां दे पिता कहंदे आ भी ये नकम्मा, लालू नू कहंदे नकम्मा पुत है। हुण की इहदा फैसला किया जाए? ये दृष्टि ते निर्भर करदा है ना। कोई धनता दे योग किवें है, मैं जिवें पहला बेनती की है, बिरती राही पता लगेगा, पता लगेगा। देखो कोई महान है, उन्होंने महान की बनाना है। कोई चंगा है, उन्होंने चंगा की बनाना है। वो तो ऑलरेडी है ही है ना। एक महान नहीं है, एक चंगा नहीं है। ये गुरु नानक का मिशन बनाता है। सज्जन चंगा नहीं है, सज्जन तो मुख थोड़ो मोड़िया, सज्जन नू तार के ही हटे गुरु नानक बादशाह। वली कंधारी दी बिरती हंकार वाली है, चंगा नहीं है, चंगी बिरती नहीं है। पर उन्होंने ज्ञान द्वारा चंगा बना के ही हटे। जिथे रोग हुंदा है डॉक्टर का हथ उत्थे जांदा है, उन्हें ठीक करदा है। सो बाणी विच लिखिया भी रोगी सब संसार, संसार रोगी कल्ले तन दे रोगां बारे नहीं किया। संसार रोगी नाम दारू, मैल लागे सच बिना। इस करके दुनिया दे विच, संसार दे विच जिन्ने भी जीव, जिन्ने भी निर्जीव, उन्होंने सारियां नूं कहंदे ने रोगी और कलंकित शब्द भी वरत सकते हैं। एक हुंदा नेह कलंक, सुनिया होएगा शब्द तुसी। एक कलंकित, दुनिया दे विच एक नेह कलंक शब्द है जो क्रिया दे विच आ गया ना। गतिशील है जिहड़ी चीज़, चाहे पौधा चाहे इंसान है। साडे रोम रोम दे विचों की निकलदा है? गंदगी। साडे होर कई द्वार बने हुए हैं, उन्हां दे राही भी चीज़ां बाहर जिहड़ियां ने वो त्यागियां जांदियां ने। जिहड़ी चीज़ गतिशील है ਉਹਦੇ ਵਿੱਚ ਮੁਸ਼ਕ ਪਸੀਨਾ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਇਸ ਕਰਕੇ ਉਹ ਚੀਜ਼ ਪਾਵਨ ਪਵਿੱਤਰ ਕਰਨ ਦੇ ਲਈ ਸਾਨੂੰ ਕਈ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਂਦੇ ਨੇ। ਜਿਹੜਾ ਸ਼ਬਦ ਗੁਰੂ ਹੈ ਉਹਨੂੰ ਨਹਾਉਣਾ ਨਹੀਂ ਪੈਂਦਾ, ਧਿਆਨ ਦੇਣਾ, ਉਹਨੂੰ ਧੋਣਾ ਨਹੀਂ ਪੈਂਦਾ। ਸਾਡਾ ਪਿੰਡਾ ਲਿਬੜ ਜਾਏ, ਬਾਣੀ ਦੀ ਉਦਾਹਰਨ ਗੁਰੂ ਕੋ ਪੁੱਛ ਲੈਂਦੇ ਹਾਂ ਵੀ ਮੂਤ ਪਲੀਤੀ, ਇਹਦਾ ਅਰਥ ਕਰ ਲੈਣਾ। मूत पलीती कपड़ होए दे साबून, साबुन नहीं साबून, दे साबून लइए ओ धोए, भरीए मत पापा के संगे ओ धोपे ना वगैरह। एक शब्द है जिसनों कोई कलंक नहीं, वो बिल्कुल पाक ते पवित्र है। तो वो शब्द सानू महान बनाउंदा है। जिन्ने भी दुनिया विच महान बने साडे गुरु नानक तो साडी आरंभत है, वो सारे ही उन्होंने कहा भी मैं शब्द राही महान बने हाँ। कवन गुरु किसका तू चेला, शब्द गुरु सुरत धुन चेला। गुरु नानक महाराज कहते मैनू इलाही बाणी तुर की बाणी ने ही सब कुछ बनाया है।
इस करके सत्संग है जी, जिहड़ी बाणी है असी जिन्ने भी हाँ दुनिया में जो भी है, जड़ है चाहे चेतन है, चाहे जागृत है, चाहे सोई अवस्था विच है, इन्हां सारिਆਂ ਨੂੰ सही करेगी केवल गुरबाणी। जे कोई बंदा कहे मैं पहला ही सही सी, ना, बहुत वड्डी भुल है, बहुत वड्डी भुल है। भुलने अंदर सब को भुल गुरु करतार। ओनली गॉड इज प्रॉपरली परफेक्ट इन ऑल द वर्ल्ड। केवल एक परमात्मा है जिहड़ा सारे संसार प्रॉपर सही है, जिस विच कोई दोष नहीं है। सो इस करके उन्होंने कहते ने धन। शब्द तो अज चलिया सी धन, वो इस करके धन है गुरु, इस करके धन है। गुरु की सोच सर्वपक्षी है, एक पक्षी नहीं। गुरु सारिਆਂ ਲਈ सोचता है। गुरु माड़िਆਂ ਲਈ सोचता है, चंगिਆਂ ਲਈ सोचता है, तो गुरु भैड़िਆਂ ਲਈ सोचता है, निंदकां ਲਈ सोचता, सारिਆਂ ਨੂੰ समेट के रखता। जिवें एक सियाणा माँ बाप अपनी औलाद नूं 5 4 6 ਧੀਆਂ पुत्र होण, वो चाहुंदा भी इन्हां नूं कलावे विच रखां, इन्हां नूं बिखरन ना देवां। ते गुरु भी सानूं अपना परिवार बना के कट्ठे करके दीन दयाल भरोसे तेरे सब परिवार चढ़ाया बेड़े इको जगह रखता है। पंजवीं पातशाह का बड़ा प्यारा शब्द सही अज का, हर का नाम हृदय नित ध्याई, संगी साथी सगल तराई। सो गुरु साडे अंग संग सदा ही रहिंदा है, उन्होंने रोज़ याद करना चाहिए। तैनू भी, तेरे साथियों नू भी, तेरे सारे परिवार नू, तेरियां सारियां कुलां नू तार देगा संगी साथी सगल त्राही। वैसे गल तो इत्थे ज्ञान इंद्रिय या कर्म इंद्रियां दी भी कीती है, पर दुनिया का परिवार भी, संसार के लोक भी, सारी सृष्टि तक नू महाराज जी कहते तारन दे समर्थ है तेरा गुरु ते गुरु का नाम। गुरु गुर मेरे संग सदा है नाल। मेरा गुरु सदा मेरे अंग संग वसदा, भावें भेद नहीं दसदा पर अंग संग वसदा। कोई भावें दुनिया विच चंगा इंसान है, भावें दुनिया दे विच माड़ा इंसान है, रब सब दे अंग संग वसदा। सैल पत्थर में जंतियो पाए ता कर कागे कर धरिया। वो सारियां दे विच सारियां नूं देख रहा, सारियां नूं पाल रहा ते सारियां दे नाल नाल है, कोल कोल है। सिमर सिमर तिस सदा संभाले। सो उस परमात्मा नूं सिमर के, सिमरो सिमर सिमर सुख पावो, याद करके अपने हिरदे विच समाई रख जां वसाई रख। तेरा किया मीठा लागे, हर नाम पदार्थ नानक मंगै। ये जो आखिरी पंक्ति है, ये विच बहुत वड्डा ज्ञान है, जिहदा विस्तार करना होवे सारी जिंदगी भी इहदा अर्थ नहीं कर सकांगे। तेरा किया मीठा लागे, बहुत वड्डा शब्द है भी मालक जिथे सानू रख लिया। एक और बड़ी प्यारी पंक्ति आ रही याद, दया करो दया करो नानक गुण गावे, मिठा लगे तेरा भाना, तेरा किया मीठा लगे। देखो असी गृहस्थी लोग हम ते गृहस्थ दे बारे महाराज जी ने क्लीयर कट लिख दिता है। गृहस्थ कुटुंब पलेटिया, कदे हरख कदे सोग, कदे तेन खुशी आनी है कदे तेन गमी आनी है, इको वर्गा नहीं तो रहना। जे तू अज किसी नू बहुत खुश देख रहे हैं ना, गुस्ताखी माव, एक दिन वो भी चीज़ आनी है जिहड़ी परेशान करती है। दुख आ सकता है, शरीरक आ सकता है, मानसिक आ सकता है, आद व्याध उपाद, कोई कर्म रोग भी माड़ा जाग सकता है। उन्होंने बाणी वैसे मिटा देंदी है तिन्ने रोगां नूं, पर गुरु साहब जी कहते आने जरूर ने, दस्तक जरूर देनी इन्होंने, दस्तक तो जरूर देनी है। साडे दर ते, साडे बूहे ते, साडे दरवाजे ते, डोर ते इन्हें आके दस्तक जरूर देनी है, क्योंकि ये जीवन का एक अंग है, जीवन का एक अंग है। सो महाराज जी कहते ने इस जिंदगी दे विच रहिंदियां ते गुजरदियां तू कहना तेरा किया मीठा लागे। है औखा, सौखा नहीं है औखा। सो जिसने ये कह दिता, जिसने ये मन लिया,
ਉਹਨੂੰ ਸੱਚਮੁੱਚ ਹੀ ਉਹ ਚੀਜ਼ ਜਿਹੜੀ ਹੈ ਸੁਖਾਲੀ ਕਰ ਦੇਗਾ। ਮਹਾਰਾਜ ਜੀ ਗੁੰਝਲ ਨੂੰ ਤੇ ਉਲਝਣ ਨੂੰ ਸੁਖਾਲਾ ਕਰ ਦਿੰਦੇ ਨੇ। ਧਿਆਨ ਦੇਣਾ, ਧਿਆਨ ਦੇਣਾ। ਆ ਦੇਖਿਆ ਨਾ ਤੁਸੀਂ, ਕਿਸੇ ਧਾਗੇ ਨੂੰ ਉਲਝਣਾ ਪੈ ਜਾਂਦੀਆਂ ਨੇ। ਕੋਈ ਕਰੋਸ਼ੀਆ ਕਰਦੇ ਹੁੰਦੀਆਂ ਸੀ ਨਾ ਬੀਬੀਆਂ, ਹੁਣ ਤਾਂ ਨਹੀਂ ਕੁੜੀਆਂ ਕਰਦੀਆਂ, ਜਾਂ ਉੱਨ ਦੇ ਨਾਲ ਇਹ ਸਵੈਟਰ ਬਣਾਉਂਦੇ ਸੀ, ਹੋਰ ਧਾਗਿਆਂ ਦਾ ਕੰਮ ਕਰਦੇ ਸੀ। ਉਹ ਤਾਣੀ ਕਈ ਵਾਰ ਉਲਝ ਜਾਂਦੀ ਸੀ, ਜਾਂ ਜਿਹੜੇ ਖੱਟੀ ਦਾ ਕੰਮ ਕਰਦੇ ਆ, ਅਤੇ ਉਹ ਉਲਝੀ ਨੂੰ ਸਿਆਣੀਆਂ ਛੇਤੀ ਛੇਤੀ ਉਹਨੂੰ ਕੱਢ ਲੈਂਦੀਆਂ, ਉਹਦੇ ਗੁੰਝਲ ਉਹਨਾਂ ਨੂੰ ਉਲਝਣਾ ਨੂੰ ਕੱਢ ਦਿੰਦੀਆਂ ਨੇ ਸਿਆਣਾ। ਅਤੇ ਗੁਰੂ ਦੇ ਸੰਗ, ਜਦੋਂ ਗੁਰੂ ਦੇ ਸਨਮੁਖ ਇਹ ਕਹਿ ਦਿੱਤਾ ਤੇਰਾ ਕੀਆ ਮੀਠਾ ਲਾਗੇ, ਉਹ ਪਈ ਹੋਈ ਉਲਝਣ ਨੂੰ, ਧਿਆਨ ਦੇਣਾ, ਉਹ ਪਈ ਹੋਈ ਗੰਢ ਨੂੰ, ਟੁੱਟੀ ਗੰਢਨ ਹਾਰ ਗੋਪਾਲ, ਟੁੱਟੇ ਹੋਏ ਨੂੰ ਵੀ ਉਹ ਮਹਾਰਾਜ ਜੀ ਗੰਢ ਦਿੰਦਾ, ਉਲਝਣ ਨੂੰ ਕੱਢ ਦਿੰਦਾ। ਔਰ ਕਿਉਂਕਿ ਗੁਰੂ ਸਾਹਿਬ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਮੇਰਾ ਪਿਆਰਾ, ਮੈਂ ਜੋ ਵਰਤਾ ਰਿਹਾ ਹਾਂ ਵਰਤਾਰਾ, ਉਸ ਨੂੰ ਸੱਤ ਕਰਕੇ ਮੰਨਦਾ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ, ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮਾਨੀ। ਆਗਿਆ ਦੇ ਵਿੱਚ ਭਾਣਾ ਮਿੱਠਾ ਵੀ ਆ ਜਾਂਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਮੈਂ ਤੇਰੇ ਤੋਂ ਇੱਕ ਕੀਮਤੀ ਵਸਤੂ ਇਹ ਮੰਗਦਾ, ਮੈਨੂੰ ਨਾਮ ਦੇ ਦੇ। ਮੈਂ ਹਾਂ ਭੁਲੱਕੜ, ਹਮ ਅਪਰਾਧੀ ਸੱਦ ਭੂਲ ਤੇ, ਤੁਮ ਬਖਸ਼ਨਹਾਰੇ। ਮੈਂ ਬਾਣੀ ਦੇ ਵਿੱਚ ਪਤਾ ਕੀ ਕੀ ਕੁਛ ਲਿਖ ਦਿੱਤਾ, ਲੂਣ ਹਰਾਮੀ ਗੁਨਹਗਾਰ, ਹਾਂ ਬੇਮੁਖ ਮੰਦਾ। ਇਹ ਕਿਹਦੇ ਲਈ ਲਿਖਿਆ? ਸਾਰਿਆਂ ਦੇ ਲਈ ਲਿਖਿਆ। ਗੁਰੂ ਸਾਹਿਬ ਨੇ ਤਾਂ ਆਪਣੇ ਆਪ ਨੂੰ ਸੰਬੋਧਨ ਕੀਤਾ ਕਰਕੇ ਗਿਆ, ਲੂਣ ਹਰਾਮੀ ਗੁਨਹਗਾਰ, ਹਾਂ ਬੇਮੁਖ ਮੰਦਾ। ਅਤੇ ਅਸੀਂ ਇਹੀ ਕਹਿਣਾ, ਕੀ ਕਹਿਣਾ? ਨਾਨਕ ਨੀਚ, ਓਹੋ ਐਡੀ ਵੱਡੀ ਸੋਚ, ਨਾਨਕ ਨੀਚ ਕੀ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਜਿਹੜਾ ਇੱਦਾਂ ਕਹਿੰਦਾ ਨਾ ਖੁਸ਼ ਰਹੇਗਾ, ਪ੍ਰਸੰਨ ਰਹੇਗਾ, ਹਮੇਸ਼ਾ ਹੀ ਖੁਸ਼ਹਾਲ ਅਤੇ ਚੜ੍ਹਦੀ ਕਲਾ ਵਿੱਚ ਰਹੇਗਾ। ਇਹ ਸੀ ਬਹੁਤ ਹੀ ਪਿਆਰੀ ਵਿਚਾਰ ਧੰਤਾ ਸ਼ਬਦ ਦੀ, ਅਤੇ ਸ਼ਬਦ ਅੱਜ ਛੋਟਾ ਹੀ ਸੀ। ਗੁਰੂ ਮੇਰੇ ਸੰਗ ਸਦਾ ਹੈ ਨਾਲ, ਮਤਲਬ ਗੁਰੂ ਨੇ ਥੋੜ੍ਹੇ ਜਿਹੇ ਉਸ ਲਾਈਨਾਂ ਦੇ ਵਿੱਚ, ਪੰਕਤੀਆਂ ਦੇ ਵਿੱਚ ਬਹੁਤ ਵੱਡਾ ਗਿਆਨ ਸਾਨੂੰ ਦੇ ਦਿੱਤਾ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਇਹ ਜਿਹੜਾ ਗਿਆਨ ਬਖਸ਼ਿਆ ਇਹ ਆਤਮਿਕ ਗਿਆਨ ਹੋ ਜਾਏ, ਕਿਉਂਕਿ ਇਹ ਜਿਹੜੀਆਂ ਅੱਖੀਆਂ ਦਾ ਗਿਆਨ ਹੈ, ਕੰਨਾਂ ਦੁਆਰਾ ਗਿਆਨ ਹੈ, ਜਾਂ ਸਾਡੀਆਂ ਇੰਦਰੀਆਂ ਦੁਆਰਾ ਇਕੱਠਾ ਕੀਤਾ ਸਪਰਸ਼ ਰਾਹੀਂ ਗਿਆਨ ਹੈ, ਇਹ ਕੁਝ ਹੱਦ ਤੱਕ ਹੁੰਦਾ। ਪਰ ਜਿਹੜਾ ਆਤਮਿਕ ਗਿਆਨ ਹੈ ਇਹ ਆਤਮਾ ਦਾ ਸ਼ਿੰਗਾਰ ਹੁੰਦਾ, ਇਹ ਸਦੀਵੀ ਹੁੰਦਾ, ਸਰੀਰ ਦੇ ਮਿਟਣ ਤੋਂ ਬਾਅਦ ਇਹ ਕੰਮ ਆਉਂਦਾ। ਇਹ ਜਿਹੜਾ ਅਸੀਂ ਰੋਜ਼ ਸੁਣਦੇ ਹਾਂ ਨਾ, ਯਾਦ ਰੱਖਣਾ, ਮਿਲਣਾ ਤਾਂ ਨਹੀਂ ਕਿਸੇ ਨੇ ਇੱਕ ਦੂਜੇ ਨੂੰ, ਪਰ ਯਾਦ ਰੱਖਣਾ ਇਹ ਰਾਹ ਦਿਖਾਏਗਾ। ਇਹ ਅੰਦਰ ਚਲਾ ਗਿਆ, ਜਿਵੇਂ ਕੰਪਿਊਟਰ ਦੇ ਵਿੱਚ ਐਪਸ ਦੇ ਵਿੱਚ ਸਭ ਕੁਛ ਲੋਡ ਹੋ ਜਾਂਦਾ ਨਾ, ਜਦੋਂ ਟੱਚ ਕਰੋ ਤਾਂ ਸਭ ਕੁਛ ਬਾਹਰ। ਇੱਦਾਂ ਹੀ ਪਰਮਾਤਮਾ ਦਾ ਦਿੱਤਾ ਹੋਇਆ ਨਾਮ ਗਿਆਨ ਵੀ ਇੱਕ ਅਜੋਕੇ ਯੁੱਗ ਦੀ ਐਪ ਹੈ। ਜਦੋਂ ਸਰੀਰ ਨੇ ਮਿਟ ਜਾਣਾ ਇਹ ਐਪ ਚੱਲਦੀ ਰਹਿਣੀ ਹੈ, ਅਤੇ ਇਸ ਨੇ ਸਾਨੂੰ ਉਸ ਦਰਗਾਹ ਤੱਕ, ਉਸ ਸੱਚਖੰਡ ਦੇ ਰਸਤੇ ਤੱਕ ਇਸ ਗਿਆਨ ਦੇ ਚਿਰਾਗ ਜਾਂ ਗਿਆਨ ਦੀ ਰੌਸ਼ਨੀ ਨੇ ਲੈ ਕੇ ਜਾਣਾ। ਮਹਾਰਾਜ ਜੀ ਸਭ ਨੂੰ ਗਿਆਨੀ ਬਣਾਉਣਾ, ਸਭ ਨੂੰ ਗਿਆਨ ਦਾ ਪ੍ਰਕਾਸ਼ ਦੇਣਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।